ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ। ਇਹ ਲੈਕਚਰ ਨੰਬਰ 57 ਹੈ ਅਤੇ ਅੱਜ ਅਸੀਂ ਹੋਮੋਜੀਨੀਅਸ ਲੀਨੀਅਰ ਇਕੁਏਸ਼ਨਸ ਦੇ ਸੋਲਿਊਸ਼ਨ ਬਾਰੇ ਗੱਲ ਕਰਾਂਗੇ। ਖਾਸ ਤੌਰ ਤੇ ਅਸੀਂ ਕੰਪਲੀਮੈਂਟਰੀ ਫੰਕਸ਼ਨ ਬਾਰੇ ਗੱਲ ਕਰਾਂਗੇ ਜੋ ਇੱਕ ਡਿਫਰੈਂਸ਼ੀਅਲ ਇਕੁਏਸ਼ਨ, ਹੋਮੋਜੀਨੀਅਸ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਜਨਰਲ ਸੋਲਿਊਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਅਸੀਂ ਕਈ ਸੋਲਿਊਸ਼ਨ ਤਕਨੀਕਾਂ ਬਾਰੇ ਚਰਚਾ ਕਰਾਂਗੇ ਕਿ ਕੰਪਲੀਮੈਂਟਰੀ ਫੰਕਸ਼ਨ ਕਿਵੇਂ ਪਤਾ ਕਰਨਾ ਹੈ। ਤਾਂ ਇਸ ਹੋਮੋਜੀਨੀਅਸ ਲੀਨੀਅਰ ਇਕੁਏਸ਼ਨ ਦਾ ਸੋਲਿਊਸ਼ਨ ਕੰਪਲੀਮੈਂਟਰੀ ਫੰਕਸ਼ਨ ਹੋਵੇ ਤਾਂ ਅਸੀਂ ਇੱਥੇ ਅਜਿਹੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕੰਸੀਡਰ ਕਰਾਂਗੇ। ਕੋਨਸਟੈਂਟ ਕੋਐਫੀਸ਼ੀਏਂਟ ਦੇ ਨਾਲ n ਆਰਡਰ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਹੋਣ ਕਰਕੇ ਇਹ ਕੋਐਫੀਸ਼ੀਏਂਟ a1 a2 ਅਤੇ a3 n ਹਨ। ਇਹਨਾਂ ਨੂੰ ਕੋਨਸਟੈਂਟ ਲਿਆ ਜਾਂਦਾ ਹੈ। ਅਸੀਂ ਪਿਛਲੇ ਲੈਕਚਰ ਵਿੱਚ ਇਹ ਵੀ ਚਰਚਾ ਕੀਤੀ ਹੈ ਕਿ ਅਸੀਂ ਇਸ ਇਕੁਏਸ਼ਨ ਨੂੰ ਇਸ ਆਪਰੇਟਰ ਫਾਰਮ ਦੀ ਟਰਮਜ਼ ਵਿੱਚ ਲਿਖ ਸਕਦੇ ਹਾਂ ਤਾਂ d ਪਾਵਰ n ਪਲੱਸ a1 d ਪਾਵਰ ਪਲੱਸ n ਮਾਈਨਸ 1 0 ਦੇ ਇਕੁਅਲ ਹੈ ਅਤੇ ਅਸੀਂ ਪਿਛਲੇ ਲੈਕਚਰ ਵਿੱਚ ਦੇਖਿਆ ਹੈ ਕਿ ਅਸੀਂ ਇਸ ਆਪਰੇਟਰ d ਨਾਲ ਕੰਮ ਕਰ ਸਕਦੇ ਹਾਂ ਜਿਵੇਂ ਅਸੀਂ ਪੋਲੀਨੋਮੀਅਲਸ ਦੇ ਨਾਲ ਅਲਜੇਬਰਿਕ ਆਪਰੇਸ਼ਨਸ ਕਰਦੇ ਹਾਂ। ਇਸ ਲਈ ਅਸੀਂ ਅਸਲ ਵਿੱਚ ਇਸ ਨੂੰ ਫੈਕਟਰਾਈਜ਼ ਕਰਦੇ ਹਾਂ। ਅਸੀਂ ਇਸ ਫਾਰਮ ਵਿੱਚ ਲਿਖ ਸਕਦੇ ਹਾਂ d1 ਮਾਈਨਸ ਆਲਫਾ 1 d ਮਾਈਨਸ ਆਲਫਾ 2 d ਮਾਈਨਸ ਆਲਫਾ n a। ਇਸ ਆਪਰੇਟਰ ਨਾਲ ਇੱਥੇ ਇਸ ਹਿੱਸੇ ਦਾ ਫੈਕਟਰਾਈਜ਼ ਹੈ ਅਤੇ y ਇਸ x ਦੇ ਇਕੁਅਲ ਹੈ ਅਤੇ ਅਸੀਂ ਪਿਛਲੇ ਲੈਕਚਰ ਵਿੱਚ ਪ੍ਰੂਵ ਕੀਤਾ ਹੈ ਕਿ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿ a nth ਆਰਡਰ ਡੈਰੀਵੇਟਿਵ ਪਲੱਸ a1 n ਮਾਈਨਸ nth ਆਰਡਰ ਡੈਰੀਵੇਟਿਵ ਅਤੇ ਇਹ ਇਸੇ ਤਰ੍ਹਾਂ ਅੱਗੇ ਹੁੰਦਾ ਹੈ। ਇਸ ਲਈ ਅਸਲ ਵਿੱਚ ਇਹ 0 ਹੈ। ਇੱਥੇ ਅਸੀਂ ਹੋਮੋਜੀਨੀਅਸ ਇਕੁਏਸ਼ਨ ਬਾਰੇ ਗੱਲ ਕਰ ਰਹੇ ਹਾਂ ਜਿਸ ਵਿੱਚ ਰਾਈਟ ਹੈਂਡ ਸਾਈਡ ਨੂੰ 0 ਲਿਆ ਜਾਵੇਗਾ। ਇਸ ਲਈ ਆਪਰੇਟਰ d ਨੂੰ ਇੱਕ ਨੰਬਰ ਦੇ ਤੌਰ ਤੇ ਮੰਨਦੇ ਹੋਏ ਆਰਡੀਨਰੀ ਮਲਟੀਪਲੀਕੇਸ਼ਨ ਦਾ ਇਹ ਨਿਯਮ ਕੰਮ ਕਰਦਾ ਹੈ ਅਤੇ ਇਹ ਅਸੀਂ ਪਿਛਲੇ ਲੈਕਚਰ ਤੋਂ ਦੇਖਿਆ ਹੈ। ਇਸ ਲਈ ਅੱਜ ਅਸੀਂ ਹੁਣ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਪ੍ਰਾਪਤ ਕਰਾਂਗੇ ਅਤੇ ਉਦਾਹਰਨ ਲਈ ਹੁਣ ਸਰਲਤਾ ਲਈ ਅਸੀਂ ਸੈਕਿੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਸੈਕਿੰਡ ਆਰਡਰ ਲੀਨੀਅਰ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਇਹਨਾਂ ਦੋ ਕੋਐਫੀਸ਼ੀਐਂਟ a1 ਅਤੇ a2 ਨਾਲ ਕੰਸੀਡਰ ਕਰਾਂਗੇ ਅਤੇ ਰਾਈਟ ਹੈਂਡ ਸਾਈਡ 0 ਹੈ। ਤਾਂ ਇਹ ਜਨਰਲ ਸੋਲਿਊਸ਼ਨ ਕਿਵੇਂ ਪ੍ਰਾਪਤ ਕੀਤਾ ਜਾਵੇ? ਇਸ ਲੀਨੀਅਰ ਇਕੁਏਸ਼ਨ ਦਾ ਕੰਪਲੀਮੈਂਟਰੀ ਫੰਕਸ਼ਨ ਕਿਵੇਂ ਪ੍ਰਾਪਤ ਕੀਤਾ ਜਾਵੇ? ਇਸ ਲਈ ਪਹਿਲਾਂ ਸਾਨੂੰ ਆਪਰੇਟਰ ਫਾਰਮ ਵਿੱਚ ਇਕੁਏਸ਼ਨ ਲਿਖਣ ਦੀ ਲੋੜ ਹੈ। ਇਸ ਲਈ ਇੱਥੇ a d2a1 ਹੋਵੇਗਾ, ਇੱਥੇ d ਆਵੇਗਾ ਪਲੱਸ a2y ਅਤੇ ਇਸ ਲਈ ਇੱਥੇ ਸਾਡੇ ਕੋਲ d ਸਕੁਏਅਰ ਪਲੱਸ a1 d ਪਲੱਸ a2 ਹੈ ਅਤੇ y ਤੇ ਆਪਰੇਟਰ 0 ਦੇ ਇਕੁਅਲ ਹੈ। ਇਸ ਲਈ ਅਸੀਂ ਇਸ ਆਪਰੇਟਰ ਇਕੁਏਸ਼ਨ ਵਿੱਚੋਂ ਔਗਜ਼ਿਲਰੀ ਇਕੁਏਸ਼ਨ ਨੂੰ ਲਿਖਦੇ ਹਾਂ। ਇੱਥੇ d ਸਕੁਏਅਰ ਦਾ ਅਰਥ ਹੈ m ਸਕੁਏਅਰ ਪਲੱਸ a1 am ਪਲੱਸ a2 0 ਦੇ ਇਕੁਅਲ ਹੈ। ਇਸ ਲਈ ਪਹਿਲਾ ਨਾਨ ਰਿਪੀਟਡ ਰੂਟਸ ਦੇ ਕੇਸ ਵਿੱਚ ਅਸੀਂ ਕੰਸੀਡਰ ਕਰਾਂਗੇ ਇਸ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ। ਇਸ ਔਗਜ਼ਿਲਰੀ ਇਕੁਏਸ਼ਨ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਹ ਸਿਰਫ ਆਪਰੇਟਰ ਇਕੁਏਸ਼ਨ ਤੋਂ ਹੈ। ਇਸ ਲਈ ਇਸ d ਨਾਲ ਕੰਮ ਕਰਨ ਦੀ ਬਜਾਏ ਜੋ ਆਪਰੇਟਰ ਸਨ ਇਸ d ਨੂੰ ਇਸ m ਨਾਲ ਬਦਲਣਾ ਬਿਹਤਰ ਹੈ ਅਤੇ ਹੁਣ ਅਸੀਂ ਇੱਥੇ ਇਸ ਪੋਲੀਨੋਮੀਅਲ ਇਕੁਏਸ਼ਨ ਨਾਲ ਕੰਮ ਕਰਦੇ ਹਾਂ। m ਸਕੁਏਅਰ ਪਲੱਸ a1 m ਪਲੱਸ a2 0 ਦੇ ਇਕੁਅਲ ਹੈ। ਇਸ ਲਈ ਪਹਿਲਾ ਕੇਸ ਅਸੀਂ ਇੱਥੇ ਨਾਨ ਰਿਪੀਟਡ ਰੂਟਸ ਲਈ ਕੰਸੀਡਰ ਕਰਾਂਗੇ ਜਿਸ ਦਾ ਮਤਲਬ ਹੈ ਕਿ ਇਸ ਇਕੁਏਸ਼ਨ ਦੇ ਇਸ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ ਇੱਥੇ ਨਾਨ ਰਿਪੀਟਡ ਹਨ। ਮਤਲਬ ਇਸ ਲਈ ਅਸੀਂ ਇੱਥੇ ਮੰਨਦੇ ਹਾਂ ਕਿ ਅਲਫਾ 1 ਅਤੇ ਅਲਫਾ 2 ਇਹ ਦੋ ਰੂਟਸ ਜਾਂ ਦੋ ਨਾਨ ਰਿਪੀਟਡ ਰੂਟਸ ਹਨ। ਇਸ ਲਈ ਉਹ ਇਸ ਔਗਜ਼ਿਲਰੀ ਇਕੁਏਸ਼ਨ ਦੇ ਇੱਥੇ ਅਲਫਾ 1 ਅਤੇ ਅਲਫਾ 2 ਡਿਸਟਿੰਕਟ ਰੂਟਸ ਹਨ। ਇਸ ਲਈ ਸਾਡੇ ਕੋਲ ਇਹ ਸੈਕਿੰਡ ਆਰਡਰ ਪੋਲੀਨੋਮੀਅਲ ਹੈ। ਇਸ ਲਈ ਅਸੀਂ ਇੱਥੇ ਇਹ ਦੋ ਰੂਟਸ ਪ੍ਰਾਪਤ ਕਰਾਂਗੇ ਅਲਫਾ 1 ਅਤੇ ਅਲਫਾ 2 ਅਤੇ ਅਸੀਂ ਇਹ ਮੰਨਦੇ ਹਾਂ ਕਿ ਇਹ ਰੂਟਸ ਨਾਨ ਰਿਪੀਟਡ ਹਨ। ਤਾਂ ਦਿੱਤੀ ਗਈ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੀ ਹੋਵੇਗਾ? ਇਸ ਲਈ ਸਾਡੇ ਕੋਲ ਇਹ ਇਕੁਏਸ਼ਨ ਹੈ ਜਿਸ ਨੂੰ ਅਸੀਂ ਹੁਣ ਲਿਖ ਸਕਦੇ ਹਾਂ ਕਿਉਂਕਿ ਸਾਨੂੰ ਇਸ ਇਕੁਏਸ਼ਨ ਅਲਫਾ 1 ਅਲਫਾ 2 ਦਾ ਰੂਟਸ ਪਤਾ ਹੈ, ਭਾਵ ਅਸੀਂ ਫੈਕਟਰਾਈਜ਼ ਕਰ ਸਕਦੇ ਹਾਂ। ਅਸੀਂ ਇਸ ਆਪਰੇਟਰ ਇਕੁਏਸ਼ਨ ਨੂੰ ਇਸ ਫਾਰਮ ਵਿੱਚ ਵੀ ਲਿਖ ਸਕਦੇ ਹਾਂ d ਮਾਈਨਸ ਆਲਫਾ 1 ਅਤੇ ਇਹ d ਮਾਈਨਸ ਆਲਫਾ 2 ਨਾਲ ਮਲਟੀਪਲਾਈ ਹੋ ਜਾਂਦਾ ਹੈ। ਇਸ ਤੇ y 0 ਦੇ ਇਕੁਅਲ ਹੈ। ਜਾਂ ਦੁਬਾਰਾ ਇਹ ਪਿਛਲੇ ਲੈਕਚਰ ਤੋਂ ਦੇਖਿਆ ਹੈ ਜੋ ਕਿ ਇੱਥੇ ਇਸ ਪ੍ਰੋਡਕਟ ਦਾ ਆਰਡਰ ਇੰਟੀਰੀਅਲ ਹੈ। ਇਸ ਲਈ ਅਸੀਂ ਇਸ d ਮਾਈਨਸ ਆਲਫਾ 2 ਨੂੰ ਪਹਿਲਾਂ ਲੈ ਸਕਦੇ ਹਾਂ ਅਤੇ ਫਿਰ d ਮਾਈਨਸ ਆਲਫਾ 1 ਆਪਰੇਟਡ ਔਨ y ਇਹ 0 ਦੇ ਇਕੁਅਲ ਹੈ। ਇਸ ਲਈ ਅਸੀਂ ਪਹਿਲਾਂ ਇਸ d ਮਾਈਨਸ ਆਲਫਾ 1 ਇਨਟੂ d ਮਾਈਨਸ ਆਲਫਾ 2 y ਇਕੁਅਲ ਟੂ 0 ਹੈ ਕੰਸੀਡਰ ਕਰਦੇ ਹਾਂ। ਉਪਰੋਕਤ ਇਕੁਏਸ਼ਨਸ ਦਾ ਸੋਲਿਊਸ਼ਨ ਇੱਥੇ ਇੱਕ ਸੋਲਿਊਸ਼ਨ ਹੋਵੇਗਾ। ਇਸ ਲਈ ਜੇਕਰ ਤੁਸੀਂ ਸੈਟ ਕਰਦੇ ਹੋ, ਜੇਕਰ ਤੁਹਾਨੂੰ ਇੱਥੇ ਇਸ d ਮਾਈਨਸ ਆਲਫਾ 2 y ਇਕੁਅਲ ਟੂ 0 ਦਾ ਕੋਈ ਸੋਲਿਊਸ਼ਨ ਮਿਲਦਾ ਹੈ
ਫਿਰ ਇਹ ਦਿੱਤੇ ਗਏ ਇਕੁਏਸ਼ਨ ਨੂੰ ਵੀ ਪੂਰਾ ਕਰੇਗਾ ਕਿਉਂਕਿ ਇੱਕ ਵਾਰ ਜਦੋਂ ਸਾਨੂੰ ਪਤਾ ਹੈ ਕਿ ਇਹ y ਇੱਥੇ d alpha 2y is equal to 0 ਦੇ ਰਿਹਾ ਹੈ ਤਾਂ ਜੇਕਰ ਤੁਸੀਂ ਇਸ d alpha 1 on 0 ਨੂੰ ਵੀ ਆਪਰੇਟ ਕਰਦੇ ਹੋ ਤਾਂ ਸਾਨੂੰ 0 ਮਿਲੇਗਾ। ਇਸ ਲਈ ਇੱਥੇ ਇਹੀ ਆਈਡੀਆ ਹੈ ਕਿ ਅਸੀਂ ਹੁਣ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਵੇਖਦੇ ਹਾਂ। ਇੱਥੇ d alpha 2y is equal to 0 ਹੈ ਅਤੇ ਸਾਨੂੰ ਇੱਥੇ ਜੋ ਵੀ ਸੋਲਿਊਸ਼ਨ ਮਿਲਦਾ ਹੈ ਉਹ ਵੀ ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੋਵੇਗਾ। ਤਾਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕਿਵੇਂ ਪ੍ਰਾਪਤ ਕਰਨਾ ਹੈ ਜੋ ਕਿ ਆਸਾਨ ਹੈ। ਇਹ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਅਸੀਂ ਇਸ ਫਾਰਮ ਵਿੱਚ ਲਿਖ ਸਕਦੇ ਹਾਂ, ਇਹ ਹੈ dy over dx ਅਤੇ alpha 2y alpha 2y ਦੇ ਇਕੁਅਲ ਹੈ ਕਿਉਂਕਿ ਇਹ alpha 2y ਸੀ, ਇਸ ਲਈ ਅਸੀਂ ਰਾਈਟ ਹੈਂਡ ਸਾਈਡ ਲਈ ਹੈ ਅਤੇ ਅਸੀਂ ਇਸ ਨੂੰ ਹੱਲ ਕਰ ਸਕਦੇ ਹਾਂ। ਇਹ ਇੱਥੇ ਬਹੁਤ ਅਲੱਗ ਹੋਣ ਯੋਗ ਹੈ, ਇਸ ਲਈ dy ਅਤੇ ਅਸੀਂ ਇੱਥੇ y ਲੈ ਸਕਦੇ ਹਾਂ ਅਤੇ ਫਿਰ dx ਇਸ ਸਾਈਡ ਤੇ ਜਾ ਸਕਦਾ ਹੈ ਅਤੇ ਫਿਰ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ। ਇਸ dy over dx ਦਾ ਸੋਲਿਊਸ਼ਨ alpha 2y ਦੇ ਇਕੁਅਲ ਇੱਥੇ ਦਿੱਤਾ ਗਿਆ ਹੈ ਕਿਉਂਕਿ y alpha 2x ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਇੱਥੇ ਦਿੱਤੀ ਗਈ ਇਕੁਏਸ਼ਨ ਦੇ ਇਸ ਹਿੱਸੇ ਦਾ ਸੋਲਿਊਸ਼ਨ ਹੈ, ਪਰ ਇਹ y e alpha 2 ਦੇ ਇਕੁਅਲ ਹੈ ਜੋ ਦਿੱਤੀ ਗਈ ਇਕੁਏਸ਼ਨ ਨੂੰ ਪੂਰਾ ਕਰੇਗਾ ਕਿਉਂਕਿ d alpha 2y ਜੇਕਰ ਇੱਥੇ e 0 ਹੈ ਅਤੇ ਜਦੋਂ ਅਸੀਂ ਇਸ d alpha 1 0 ਨੂੰ ਆਪਰੇਟ ਕਰਦੇ ਹਾਂ ਤਾਂ ਜਵਾਬ 0 ਹੋਵੇਗਾ, ਮਤਲਬ ਕਿ ਇਕੁਏਸ਼ਨ ਇਸ ਸੋਲਿਊਸ਼ਨ ਦੁਆਰਾ ਪੂਰੀ ਹੋਵੇਗੀ। ਅਸੀਂ ਹੁਣ ਇੱਕ ਵਾਰ ਉਸੇ ਐਕਸਰਸਾਈਜ਼ ਨੂੰ ਦੁਹਰਾ ਸਕਦੇ ਹਾਂ। ਉਦਾਹਰਨ ਲਈ ਅਸੀਂ ਇੱਥੇ ਪਹਿਲਾਂ d alpha 2 ਅਤੇ ਫਿਰ d alpha 1 ਲੈਂਦੇ ਹਾਂ। ਜੇਕਰ ਅਸੀਂ ਇਸ y 0 ਦੇ ਇਕੁਅਲ ਨੂੰ ਆਪਰੇਟ ਕਰਦੇ ਹਾਂ ਤਾਂ ਕੀ ਹੋਵੇਗਾ ਕਿ ਹੁਣ ਇਸ ਉਪਰੋਕਤ ਇਕੁਏਸ਼ਨ ਦਾ ਸੋਲਿਊਸ਼ਨ ਇਸ ਇਕੁਏਸ਼ਨ d alpha 1 y 0 ਦੇ ਇਕੁਅਲ ਹੈ ਦਾ ਵੀ ਸੋਲਿਊਸ਼ਨ ਹੋਵੇਗਾ। ਉਹੀ ਆਈਡੀਆ ਜੋ ਅਸੀਂ ਉੱਪਰ ਅਪਲਾਈ ਕੀਤਾ ਹੈ, ਤਾਂ ਹੁਣ ਅਸੀਂ ਇੱਥੇ ਇਸ d alpha 1 y equal to 0 ਨੂੰ ਹੱਲ ਕਰਦੇ ਹਾਂ। ਸਾਨੂੰ ਇਹ y equal to e ਪਾਵਰ alpha 1 x ਹੁਣ e ਪਾਵਰ alpha 1 x ਅਤੇ e ਪਾਵਰ alpha 2 x ਮਿਲੇਗਾ। ਇਸ ਲਈ ਸਾਡੇ ਕੋਲ ਹੁਣ ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਦੋ ਸੋਲਿਊਸ਼ਨ ਹਨ। ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਸਾਡੇ ਕੋਲ ਦੋ ਸੋਲਿਊਸ਼ਨ ਹਨ, ਇੱਕ ਹੈ y equal to e ਪਾਵਰ alpha 2 x, ਦੂਜਾ y equal to e ਪਾਵਰ alpha 1 x ਹੈ ਅਤੇ ਇਹ ਦੋ ਸੋਲਿਊਸ਼ਨ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਸਾਡੇ ਕੋਲ ਦੋ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ ਤਾਂ ਇਹ ਲੀਨੀਅਰ ਕੰਬੀਨੇਸ਼ਨ ਇਸ ਲਈ alpha 1 e ਪਾਵਰ ਅਤੇ c1 e ਪਾਵਰ alpha 1 x ਅਤੇ ਪਲਸ ਹੋਰ ਕੋਨਸਟੈਂਟ ਟਾਈਮ e ਪਾਵਰ alpha 2 x ਜੋ ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਵੀ ਪੂਰਾ ਕਰੇਗਾ। ਅਤੇ ਇਸ ਕੇਸ ਵਿੱਚ ਸਾਡੇ ਕੋਲ ਹੁਣ ਕੀ ਹੈ, ਇਸ ਤਰ੍ਹਾਂ ਅਸੀਂ ਜਨਰਲ ਸੋਲਿਊਸ਼ਨ ਲਿਖ ਸਕਦੇ ਹਾਂ ਕਿਉਂਕਿ ਸਾਡੀ ਇਕੁਏਸ਼ਨ ਸੈਕੰਡ ਆਰਡਰ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਸੀ। ਸਾਡੇ ਕੋਲ ਦੋ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ ਅਤੇ ਜੇਕਰ ਅਸੀਂ ਇਸ c1 e ਪਾਵਰ alpha 1 x ਪਲਸ c2 e ਪਾਵਰ alpha 2 x ਲਿਖਦੇ ਹਾਂ ਜੋ ਦਿੱਤੀ ਗਈ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੋਵੇਗਾ, ਤਾਂ ਅਸੀਂ ਕੀ ਪੜ੍ਹਿਆ ਹੈ ਕਿ ਜੇਕਰ ਸਾਡੇ ਕੋਲ ਇੱਥੇ ਸੈਕੰਡ ਆਰਡਰ ਲੀਨੀਅਰ ਇਕੁਏਸ਼ਨ ਹੈ, ਅਸੀਂ ਔਗਜ਼ਿਲਰੀ ਇਕੁਏਸ਼ਨ ਦਾ ਰੂਟਸ ਪਤਾ ਲਗਾ ਸਕਦੇ ਹਾਂ। ਅਸੀਂ ਇਸ ਇਕੁਏਸ਼ਨ ਦਾ ਰੂਟਸ ਪਤਾ ਕਰ ਸਕਦੇ ਹਾਂ ਜੋ ਕਿ alpha 1 ਅਤੇ alpha 2 ਸੀ। ਇੱਥੇ ਇਹ ਪਹਿਲਾਂ ਹੀ ਫੈਕਟਰ ਫਾਰਮ ਵਿੱਚ ਲਿਖਿਆ ਗਿਆ ਹੈ ਅਤੇ ਫਿਰ ਸੋਲਿਊਸ਼ਨ c1 e ਪਾਵਰ alpha 1 x ਪਲਸ c2 e ਪਾਵਰ alpha 2 x ਹੋਵੇਗਾ। ਪਰ ਇਹ ਉਹ ਕੇਸ ਸੀ ਜਦੋਂ ਸਾਡੇ ਕੋਲ ਦੋ ਡਿਸਟਿੰਕਟ ਰੂਟਸ ਹਨ ਕਿਉਂਕਿ ਉਸ ਕੇਸ ਵਿੱਚ ਸਿਰਫ ਇਹ ਦੋ ਸੋਲਿਊਸ਼ਨ e ਪਾਵਰ alpha 2 x ਅਤੇ e ਪਾਵਰ alpha 1 x ਇਹ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ। ਇੱਕ ਵਾਰ ਜਦੋਂ ਸਾਡੇ ਕੋਲ ਇਹ alpha 1 ਅਤੇ alpha 2 ਡਿਸਟਿੰਕਟ ਹਨ, ਜੇਕਰ alpha 1 alpha 2 ਸਮਾਨ ਵੈਲਿਊ ਰਿਪੀਟਡ ਰੂਟ ਹੈ ਤਾਂ ਅਸੀਂ ਇਹਨਾਂ ਦੋ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਨੂੰ ਇਸ ਤਰੀਕੇ ਨਾਲ ਨਹੀਂ ਬਣਾ ਰਹੇ ਹਾਂ। ਇਸ ਲਈ ਜਨਰਲ ਸੋਲਿਊਸ਼ਨ ਨੂੰ ਕੰਪਿਊਟ ਕਰਨ ਦਾ ਇੱਕ ਹੋਰ ਤਰੀਕਾ ਹੋਣਾ ਚਾਹੀਦਾ ਹੈ। ਜਦੋਂ ਸਾਡੇ ਕੋਲ alpha 1 ਅਤੇ alpha 2 ਹੈ, ਉਹੀ ਨੰਬਰ ਜਾਂ ਸਾਡੇ ਕੋਲ ਰਿਪੀਟਡ ਰੂਟਸ ਹਨ, ਤਾਂ ਪਹਿਲਾਂ ਡਿਸਟਿੰਕਟ ਰੂਟਸ ਤੇ ਵਾਪਸ ਜਾਂਦੇ ਹਾਂ। ਜਦੋਂ ਸਾਡੇ ਕੋਲ ਡਿਸਟਿੰਕਟ ਰੂਟਸ ਹੋਣ ਤਾਂ ਅਸੀਂ ਇਸ ਨੂੰ ਵੀ ਜਨਰਲਾਈਜ਼ ਕਰ ਸਕਦੇ ਹਾਂ। ਤਾਂ ਜੇਕਰ ਸਾਡੇ ਕੋਲ nth ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਅਤੇ ਜੇਕਰ ਇਹ alpha 1 alpha 2 alpha 3 alpha n ਇਸ ਕਥਿਤ ਔਗਜ਼ਿਲਰੀ ਇਕੁਏਸ਼ਨ ਦੇ ਡਿਸਟਿੰਕਟ ਰੂਟਸ ਹਨ ਜੋ ਬਿਲਕੁਲ ਇਸ ਇਕੁਏਸ਼ਨ ਤੋਂ ਆ ਰਹੀ ਹੈ, ਤਾਂ ਅਸੀਂ ਆਪਰੇਟਰ d by m ਰਿਪਲੇਸ ਕਰ ਰਹੇ ਹਾਂ। ਇਸ ਲਈ ਜੇਕਰ ਸਾਡੇ ਕੋਲ ਇਸ ਇਕੁਏਸ਼ਨ ਦੇ ਇਹ n ਡਿਸਟਿੰਕਟ ਰੂਟਸ ਹਨ ਤਾਂ ਅਸੀਂ ਸੋਲਿਊਸ਼ਨ ਲਿਖ ਸਕਦੇ ਹਾਂ। ਮੇਰਾ ਮਤਲਬ ਹੈ ਇਹ n ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ e ਪਾਵਰ alpha 1 x e ਪਾਵਰ alpha 2 x ਹਨ ਅਤੇ ਇਸੇ ਤਰ੍ਹਾਂ ਹੀ ਅੱਗੇ e ਪਾਵਰ alpha n x। ਇਹ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ n ਵੱਖ-ਵੱਖ ਇੰਡੀਪੈਂਡੈਂਟ ਸੋਲਿਊਸ਼ਨ ਹਨ ਅਤੇ ਫਿਰ
ਜਦੋਂ ਅਸੀਂ ਸੋਲਿਊਸ਼ਨ ਦੇ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖਦੇ ਹਾਂ ਭਾਵ ਕਿ y ਇਕੁਅਲ ਹੈ c1e ਪਾਵਰ alpha 1x ਪਲੱਸ c2e ਪਾਵਰ alpha 2x ਅਤੇ ਇਸ ਤਰ੍ਹਾਂ ਹੋਰ, ਇਸ ਲਈ ਇਹ ਸੋਲਿਊਸ਼ਨ ਹੋਵੇਗਾ। ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੋਵੇਗਾ। ਇੱਕ ਦਿੱਤੀ ਗਈ ਹੋਮੋਜੀਨੀਅਸ ਇਕੁਏਸ਼ਨ ਤਾਂ ਕਿ ਜਦੋਂ ਸਾਡੇ ਕੋਲ ਡਿਸਟਿੰਕਟ ਰੂਟਸ ਹੋਣ ਤਾਂ ਇਹ ਜਨਰਲਾਈਜੇਸ਼ਨ ਹੈ। ਅੱਗੇ ਅਸੀਂ ਰਿਪੀਟਡ ਰੂਟਸ ਦੇ ਕੇਸ ਬਾਰੇ ਚਰਚਾ ਕਰਾਂਗੇ ਕਿ ਜੇਕਰ ਸਾਡੇ ਕੋਲ ਰਿਪੀਟਡ ਰੂਟਸ ਹੋਣ ਤਾਂ ਕੀ ਹੋਵੇਗਾ ਅਤੇ ਦੁਬਾਰਾ ਅਸੀਂ ਇੱਥੇ ਸੈਕਿੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਕੇਸ ਨੂੰ ਕੰਸੀਡਰ ਕਰਾਂਗੇ। ਇਸ ਲਈ ਸੈਕਿੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਕੇਸ ਵਿੱਚ ਅਸੀਂ ਲਿਖ ਸਕਦੇ ਹਾਂ ਫਿਰ ਅਸੀਂ ਉਸ ਡਿਫਰੈਂਸ਼ੀਅਲ ਪਾਰਟ ਨੂੰ ਫੈਕਟਰਾਈਜ਼ ਕਰ ਸਕਦੇ ਹਾਂ ਇੱਥੇ d alpha ਕਿਉਂਕਿ ਅਸੀਂ ਹੁਣ ਇੱਥੇ ਉਹੀ ਰੂਟਸ alpha ਨੂੰ ਕੰਸੀਡਰ ਕੀਤਾ ਅਤੇ ਹੁਣ ਅਸੀਂ ਇੱਥੇ ਕਿਹੜੀ ਟਰਿਕ ਦੀ ਵਰਤੋਂ ਕਰਾਂਗੇ, ਇਸ ਲਈ ਅਸੀਂ d alpha y ਨੂੰ z ਵਜੋਂ ਮੰਨਾਂਗੇ। d alpha y ਨੂੰ z ਵਜੋਂ ਮੰਨਾਂਗੇ ਅਤੇ ਹੁਣ ਇਹ ਦਿੱਤੀ ਗਈ ਇਕੁਏਸ਼ਨ ਇੱਥੇ ਇਸ ਨੂੰ z ਵਜੋਂ ਲਿਆ ਹੈ ਤਾਂ ਸਾਡੇ ਕੋਲ ਇਹ ਦਿੱਤੀ ਗਈ ਇਕੁਏਸ਼ਨ ਹੈ। ਅਸੀਂ d alpha ਆਪਰੇਟਰ ਔਨ z ਇਜ਼ ਇਕੁਅਲ ਟੂ 0 ਲਿਖ ਸਕਦੇ ਹਾਂ ਅਤੇ ਇਸ ਨੂੰ ਅਸੀਂ ਪਹਿਲਾਂ z ਲਈ ਹੱਲ ਕਰ ਸਕਦੇ ਹਾਂ। ਇੱਕ ਵਾਰ ਜਦੋਂ ਸਾਡੇ ਕੋਲ z ਹੈ ਤਾਂ ਅਸੀਂ y ਲਈ ਹੱਲ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ y ਪ੍ਰਾਪਤ ਕਰ ਸਕਦੇ ਹਾਂ। ਇੱਥੇ z c1e ਪਾਵਰ alpha x ਦੇ ਇਕੁਅਲ ਹੈ ਜੋ ਕਿ ਇਸ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੋਵੇਗਾ। ਕਨਸਟੈਂਟ ਟਾਈਮ c1 alpha x। ਹੁਣ ਇੱਥੇ ਇਕੁਏਸ਼ਨ ਹੱਲ ਕਰਦੇ ਹਾਂ d alpha y ਇਕੁਅਲ ਹੈ z ਦੇ। ਇਸ ਲਈ d alpha y z ਦੇ ਇਕੁਅਲ ਹੈ। z ਹੁਣ c1e ਪਾਵਰ alpha x ਹੈ। ਹੁਣ ਸਾਨੂੰ ਇਸ ਇਕੁਏਸ਼ਨ ਨੂੰ ਹੱਲ ਕਰਨ ਦੀ ਲੋੜ ਹੈ ਕਿਉਂਕਿ ਅੰਤ ਵਿੱਚ ਅਸੀਂ ਇਹ y ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹ ਲੀਨੀਅਰ ਇਕੁਏਸ਼ਨ ਹੈ ਇਸ ਲਈ ਇੱਥੇ ਸਾਡੇ ਕੋਲ y ਦਾ ਡਿਫਰੈਂਸ਼ੀਅਲ ਹੈ ਇਸ ਲਈ ਇਹ d ਆਫ y dy ਓਵਰ dx ਮਾਈਨਸ a alpha ਟਾਈਮਸ y c1e ਪਾਵਰ alpha x ਦੇ ਇਕੁਅਲ ਹੈ। ਇਸ ਲਈ ਇਹ y ਵਿੱਚ ਲੀਨੀਅਰ ਇਕੁਏਸ਼ਨ ਹੈ ਅਤੇ ਇੰਟੀਗ੍ਰੇਸ਼ਨ ਫੈਕਟਰ ਜੋ ਅਸੀਂ ਇੱਥੇ ਪ੍ਰਾਪਤ ਕਰਦੇ ਹਾਂ ਉਹ e ਪਾਵਰ ਮਾਈਨਸ alpha ਟਾਈਮਸ x ਹੈ। ਇਸ ਲਈ ਇੱਥੇ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੋਵੇਗਾ ਕਿਉਂਕਿ ਇਹ ਇੱਕ ਲੀਨੀਅਰ ਇਕੁਏਸ਼ਨ ਹੈ। ਅਸੀਂ ਪਹਿਲਾਂ ਹੀ ਪਿਛਲੇ ਲੈਕਚਰ ਵਿੱਚ ਚਰਚਾ ਕਰ ਚੁੱਕੇ ਹਾਂ ਇਸ ਲਈ y ਇਨਟੂ ਇੰਟੀਗ੍ਰੇਟਿੰਗ ਫੈਕਟਰ e ਪਾਵਰ alpha x ਰਾਈਟ ਹੈਂਡ ਸਾਈਡ ਓਵਰ ਇੰਟੀਗਰਲ c1e ਪਾਵਰ alpha x ਨੂੰ ਇੰਟੀਗ੍ਰੇਟਿੰਗ ਫੈਕਟਰ ਨਾਲ ਮਲਟੀਪਲਾਈ ਕੀਤਾ ਗਿਆ ਹੈ ਜੋ ਕਿ ਇੱਥੇ e ਪਾਵਰ ਮਾਈਨਸ alpha x ਹੈ ਅਤੇ ਇਹ dx ਪਲੱਸ c2 ਹੈ। ਇਸ ਲਈ ਇਹ ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਲਈ ਸੋਲਿਊਸ਼ਨ ਹੋਵੇਗਾ। ਇਸ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਇਸ ਲਈ e ਪਾਵਰ alpha x ਇਸ e ਪਾਵਰ ਮਾਈਨਸ alpha x ਨਾਲ ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ c1 ਹੈ। ਜਦੋਂ ਅਸੀਂ ਇੰਟੀਗ੍ਰੇਟ ਕਰਦੇ ਹਾਂ ਤਾਂ ਸਾਨੂੰ ਉੱਥੇ x ਮਿਲੇਗਾ ਤਾਂ y c1x ਪਲੱਸ c2 ਟਾਈਮਸ ac ਪਾਵਰ alpha x ਦੇ ਇਕੁਅਲ ਹੈ ਅਤੇ ਇਸ ਦਾ ਜਨਰਲਾਈਜੇਸ਼ਨ ਅਸੀਂ ਉਦੋਂ ਵੀ ਪ੍ਰਾਪਤ ਕਰ ਸਕਦੇ ਹਾਂ ਜਦੋਂ ਮੰਨ ਲਓ ਕਿ ਸਾਡੇ ਕੋਲ ਇਹ alpha r ਟਾਈਮਸ ਰਿਪੀਟਡ ਹੈ। ਦੇਖੋ ਕਿ alpha ਰੂਟ r ਟਾਈਮਸ ਰਿਪੀਟਡ ਹੈ। ਜਦੋਂ ਸਾਡੇ ਕੋਲ ਇੱਕ ਜਨਰਲ nth ਆਰਡਰ ਇਕੁਏਸ਼ਨ ਹੈ ਤਾਂ ਅਸੀਂ n ਰੂਟਸ ਮਿਲੇਗਾ ਤਾਂ ਉਹਨਾਂ ਵਿੱਚੋਂ ਕੁਝ ਰਿਪੀਟਡ ਹੋ ਸਕਦੇ ਹਨ। ਇਸ ਲਈ ਇੱਥੇ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਕੋਲ ਇਹ alpha ਰੂਟ r ਟਾਈਮਸ ਰਿਪੀਟਡ ਹੈ। ਇਸ ਲਈ ਇੱਥੇ ਉਦਾਹਰਨ ਲਈ ਸੈਕਿੰਡ ਆਰਡਰ ਇਕੁਏਸ਼ਨ ਵਿੱਚ ਅਸੀਂ ਚਰਚਾ ਕੀਤੀ ਹੈ ਕਿ ਇਸ alpha ਨੂੰ 2 ਟਾਈਮਸ ਰਿਪੀਟ ਕੀਤਾ ਗਿਆ ਸੀ ਤਾਂ ਜਦੋਂ alpha 2 ਟਾਈਮਸ ਰਿਪੀਟ ਹੋਇਆ ਤਾਂ ਅਸੀਂ ਇੱਥੇ ਕੀ ਪ੍ਰਾਪਤ ਕਰਦੇ ਹਾਂ ਤਾਂ ਸਾਨੂੰ ਇਹ ਫੈਕਟਰ e ਪਾਵਰ alpha x ਮਿਲਿਆ। ਪਹਿਲਾਂ ਦੇ ਡਿਸਟਿੰਕਟ ਕੇਸ ਵਾਂਗ ਤੁਸੀਂ e ਪਾਵਰ alpha 1x e ਪਾਵਰ alpha 2x ਸਾਨੂੰ e ਪਾਵਰ alpha x ਮਿਲਿਆ ਅਤੇ ਫਿਰ ਇਹ ਦੋ ਕਨਸਟੈਂਟਸ ਇਸ ਰਿਲੇਸ਼ਨ ਦੁਆਰਾ ਦੇ ਰਹੇ ਹਨ ਇਸ ਲਈ c1x ਪਲੱਸ c2। ਹੁਣ ਜੇਕਰ ਇਹ ਰੂਟਸ r ਟਾਈਮਸ ਰਿਪੀਟਡ ਤਾਂ ਇਸ ਦਾ ਸੋਲਿਊਸ਼ਨ ਕੀ ਹੋਵੇਗਾ ਉਹ ਅਸੀਂ ਬਿਲਕੁਲ ਇੱਥੋਂ ਫੋਲੋ ਕਰਾਂਗੇ। ਸਾਡੇ ਕੋਲ c1x ਪਾਵਰ r-1 ਹੋਵੇਗਾ। ਇਹ 2 ਟਾਈਮਸ ਰਿਪੀਟ ਕੀਤਾ ਗਿਆ ਸੀ ਇਸ ਲਈ ਸਾਨੂੰ ਇੱਥੇ ਇਹ ਲੀਨੀਅਰ ਟਰਮ ਮਿਲੀ ਹੈ। ਜੇਕਰ ਸਾਡੇ ਕੋਲ r ਟਾਈਮਸ ਰਿਪੀਟਡ ਰੂਟ ਹੈ ਤਾਂ ਸਾਨੂੰ ਇੱਥੇ r-1 ਪੋਲੀਨੋਮੀਅਲ ਪ੍ਰਾਪਤ ਹੋਵੇਗਾ ਪਲੱਸ c2x r-2 ਅਤੇ ਇਸ ਤਰ੍ਹਾਂ ਪਲੱਸ ac r e ਪਾਵਰ alpha x। ਇਸ ਲਈ ਜੇਕਰ alpha ਰੂਟ ਨੂੰ r ਟਾਈਮਸ ਰਿਪੀਟ ਕੀਤਾ ਜਾਂਦਾ ਹੈ ਤਾਂ ਅਸੀਂ ਇਸ ਫਾਰਮ ਵਿੱਚ ਸੋਲਿਊਸ਼ਨ ਪ੍ਰਾਪਤ ਕਰਾਂਗੇ। ਇਮੇਜਿਨਰੀ ਰੂਟਸ ਦੇ ਕੇਸ ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਰੀਅਲ ਰੂਟਸ ਰੀਅਲ ਡਿਸਟਿੰਕਟ ਅਤੇ ਰੀਅਲ ਰਿਪੀਟਡ ਵੀ ਹੈ। ਇਸ ਲਈ ਇਮੇਜਿਨਰੀ ਰੂਟ ਦੇ ਕੇਸ ਵਿੱਚ ਸਾਡੇ ਕੋਲ ਇਹੀ ਆਈਡੀਆ ਹੈ। ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ alpha ਪਲੱਸ i ਬੀਟਾ ਅਤੇ ਇਹ alpha ਮਾਈਨਸ i ਬੀਟਾ ਇੱਥੇ ਰੂਟਸ ਹੈ ਜੋ ਦਿੱਤੀ ਗਈ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ ਹਨ। ਇਸ ਲਈ 2 ਕੰਜੂਗੇਟ ਰੂਟਸ
ਹਨ ਅਤੇ ਫਿਰ ਸੋਲਿਊਸ਼ਨ ਨੂੰ ਕੇਸ 1 ਤੋਂ ਐਗਜ਼ੈਕਟ ਫਾਲੋ ਕੀਤਾ ਜਾਂਦਾ ਹੈ ਜਦੋਂ ਅਸੀਂ ਡਿਸਟਿੰਕਟ ਰੂਟਸ ਬਾਰੇ ਚਰਚਾ ਕਰਦੇ ਹਾਂ। ਅਤੇ ਇੱਥੇ ਇਹ ਰੂਟਸ ਡਿਸਟਿੰਕਟ ਹਨ, ਉਹ ਇੱਕੋ ਜਿਹੇ ਰੂਟਸ ਨਹੀਂ ਹਨ, ਇਸ ਲਈ ਅਸੀਂ ਆਪਣੇ ਸੋਲਿਊਸ਼ਨ ਨੂੰ ਠੀਕ ਉਸੇ ਫੋਰਮ ਵਿੱਚ ਲਿਖਿਆ ਹੈ। ਇੱਥੇ ਕੁਝ ਕਨਸਟੈਂਟ ਹਨ c1 ਅਤੇ ਐਕਸਪੋਨੈਂਸ਼ੀਅਲ ਪਹਿਲਾ ਰੂਟ ਅਲਫਾ ਪਲਸ i ਬੀਟਾ x ਪਲਸ c2 ਹੋਰ ਕਨਸਟੈਂਟ e ਪਾਵਰ ਅਲਫਾ ਮਾਈਨਸ i ਬੀਟਾ x। ਕਿਉਂਕਿ ਜਿਸ ਕੇਸ 1 ਦੀ ਅਸੀਂ ਡਿਸਟਿੰਕਟ ਰੂਟਸ ਲਈ ਚਰਚਾ ਕੀਤੀ ਹੈ, ਅਸੀਂ ਉਹਨਾਂ ਨੂੰ ਨਹੀਂ ਮੰਨਿਆ ਹੈ ਕਿ ਕੀ ਉਹ ਰੀਅਲ ਡਿਸਟਿੰਕਟ ਹਨ ਜਾਂ ਇਮੇਜਿਨਰੀ ਡਿਸਟਿੰਕਟ ਰੂਟਸ ਹਨ। ਇਸ ਲਈ ਅਸੀਂ ਸੋਲਿਊਸ਼ਨ ਪ੍ਰਾਪਤ ਕਰਨ ਲਈ ਠੀਕ ਉਸ ਆਈਡੀਆ ਦੀ ਵਰਤੋਂ ਇੱਥੇ ਕਰ ਸਕਦੇ ਹਾਂ। ਇਹ ਦੋ ਇੰਡੀਪੈਂਡੈਂਟ ਸੋਲਿਊਸ਼ਨ ਜੋ e ਪਾਵਰ ਅਲਫਾ ਪਲਸ i ਬੀਟਾ x ਅਤੇ e ਪਾਵਰ ਅਲਫਾ ਮਾਈਨਸ i ਬੀਟਾ x ਦੋ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ ਅਤੇ ਇਹਨਾਂ ਕਨਸਟੈਂਟਸ ਦੇ ਨਾਲ ਉਹਨਾਂ ਦਾ ਲੀਨੀਅਰ ਕੰਬੀਨੇਸ਼ਨ ਵੀ ਸੋਲਿਊਸ਼ਨ ਆਰਡਰ ਜਨਰਲ ਸੋਲਿਊਸ਼ਨ ਹੋਵੇਗਾ। ਪਰ ਅਸੀਂ ਕੀ ਕਰਦੇ ਹਾਂ, ਕਿਉਂਕਿ ਇਹਨਾਂ ਕੰਜੂਗੇਟ ਦੇ ਟਰਮਜ਼ ਵਿੱਚ ਜਾਂ ਇਹਨਾਂ ਇਮੇਜਿਨਰੀ ਰੂਟਸ ਦੇ ਟਰਮਜ਼ ਵਿੱਚ ਲਿਖਣਾ ਕਾਮਨ ਨਹੀਂ ਹੈ, ਜਿਸ ਨੂੰ ਅਸੀਂ ਇੱਥੇ ਹੋਰ ਸਿੰਪਲੀਫਾਈ ਕਰਦੇ ਹਾਂ। ਇਸ ਲਈ e ਪਾਵਰ ਅਲਫਾ x ਅਤੇ e ਪਾਵਰ ਅਲਫਾ x ਸਾਡੇ ਕੋਲ ਦੋਵਾਂ ਵਿੱਚ ਕਾਮਨ ਟਰਮ ਹੈ, ਤਾਂ ਅਸੀਂ ਹੁਣ ਕੀ ਕਰਾਂਗੇ, ਇਸ ਲਈ e ਪਾਵਰ ਅਲਫਾ x ਅਤੇ e ਪਾਵਰ ਅਲਫਾ x ਅਸੀਂ ਇਸ ਨੂੰ ਕਾਮਨ ਲੈ ਸਕਦੇ ਹਾਂ। ਅਤੇ ਹੁਣ ਇੱਥੇ ਕੀ ਹੈ, c1 e ਪਾਵਰ i ਬੀਟਾ x ਪਲਸ c2 e ਪਾਵਰ ਮਾਈਨਸ i ਬੀਟਾ ਟਾਈਮਸ x ਅਤੇ ਫਿਰ ਇਸ i ਬੀਟਾ x ਦੇ ਨਾਲ ਇਹ ਐਕਸਪੋਨੈਂਸ਼ੀਅਲ ਜਾਂ ਇਸ ਮਾਈਨਸ i ਬੀਟਾ x ਦੇ ਨਾਲ ਐਕਸਪੋਨੈਂਸ਼ੀਅਲ ਅਸੀਂ ਇਸ ਫੋਰਮ ਵਿੱਚ ਐਕਸਪੈਂਡ ਵੀ ਕਰ ਸਕਦੇ ਹਾਂ ਕਿ ਇਹ ਕੋਸ ਬੀਟਾ x ਪਲਸ ai ਸਾਈਨ ਬੀਟਾ x ਅਤੇ c2 ਲਈ ਵੀ ਸਾਡੇ ਕੋਲ ਇਹ ਕੋਸ ਬੀਟਾ x ਪਲਸ ai ਟਾਈਮਸ ਸਾਈਨ ਬੀਟਾ x ਹੈ। ਅਸੀਂ ਇਸ e ਪਾਵਰ i ਬੀਟਾ x ਨੂੰ ਕੋਸ ਅਤੇ ਸਾਈਨ ਦੀ ਟਰਮਜ਼ ਵਿੱਚ ਐਕਸਪੈਂਡ ਕਰ ਸਕਦੇ ਹਾਂ ਅਤੇ ਇੱਥੇ ਕੋਸ ਅਤੇ ਸਾਈਨ ਦੀ ਟਰਮਜ਼ ਵਿੱਚ e ਪਾਵਰ ਮਾਈਨਸ i ਬੀਟਾ x ਨੂੰ ਵੀ। ਇਸ ਲਈ ਹੁਣ ਅਸੀਂ ਇੱਥੇ ਕੀ ਕਰਾਂਗੇ, y e ਪਾਵਰ ਅਲਫਾ x ਦੇ ਇਕੁਅਲ ਹੈ ਅਤੇ ਇੱਥੇ ਇਹ ਕੋਸ ਬੀਟਾ x ਹੈ, ਇੱਥੇ ਵੀ ਸਾਡੇ ਕੋਲ ਕੋਸ ਬੀਟਾ x ਹੈ। ਇਸ ਲਈ ਇਹ ਕਨਸਟੈਂਟਸ ਇੱਥੇ c1 ਅਤੇ c2 ਬਾਰ ਅਸੀਂ ਇਸ ਨੂੰ ਕੰਬਾਈਨ ਕੀਤਾ ਹੈ ਅਤੇ ਫਿਰ ਸਾਈਨ ਬੀਟਾ x ਦੇ ਨਾਲ ਵੀ ਸਾਡੇ ਕੋਲ ਇਹ i ਟਰਮਜ਼ ਵਿਦ c1 ਬਾਰ ਮਾਈਨਸ a c2 ਬਾਰ ਸਾਡੇ ਕੋਲ ਹੁਣ ਇਹ ਦੋ ਨਵੇਂ ਕਨਸਟੈਂਟ c1 ਬਾਰ ਪਲਸ c2 ਬਾਰ ਹਨ ਅਤੇ i ਟਾਈਮਸ c1 ਬਾਰ ਮਾਈਨਸ c2 ਬਾਰ ਵੀ। ਅਤੇ ਇੱਥੇ y ਇਸ ਅਲਫਾ x e ਪਾਵਰ ਦੇ ਇਕੁਅਲ ਹੈ ਅਤੇ ਅਸੀਂ ਹੁਣ ਇਹਨਾਂ ਕੋਐਫੀਸ਼ੀਐਂਟ c1 ਪਲਸ c2 ਬਾਰ ਦਾ ਨਾਮ ਬਦਲ ਕੇ c1 ਕਰ ਦਿੱਤਾ ਹੈ ਅਤੇ ਇੱਥੇ c1 ਮਾਈਨਸ ਇਸ c2 ਨੂੰ i ਦੇ ਨਾਲ ਅਸੀਂ ਇੱਕ ਹੋਰ ਨਾਮ ਦਿੱਤਾ ਹੈ c2, ਕਿਉਂਕਿ ਇਹ ਦੋ ਹੁਣ ਆਰਬਿਟਰੇਰੀ ਕਨਸਟੈਂਟਸ ਹਨ। ਇਸ ਲਈ ਅਸੀਂ ਸੋਲਿਊਸ਼ਨ ਲਿਖਾਂਗੇ ਜਦੋਂ ਸਾਡੇ ਕੋਲ ਦੋ ਰੂਟਸ ਹੋਣਗੇ। ਇੱਥੇ ਕੰਜੂਗੇਟ ਰੂਟਸ ਨੂੰ ਇੱਕ ਕੰਪਲੈਕਸ ਨੰਬਰ ਵਜੋਂ ਅਸੀਂ ਆਪਣੀ ਹੋਮੋਜੀਨੀਅਸ ਇਕੁਏਸ਼ਨ ਦੇ ਸੋਲਿਊਸ਼ਨ ਨੂੰ e ਪਾਵਰ ਅਲਫਾ x ਦੇ ਰੂਪ ਵਿੱਚ ਲਿਖਾਂਗੇ। c1 ਕੋਸ ਬੀਟਾ x ਅਤੇ c2 ਸਾਈਨ ਬੀਟਾ x ਜਦੋਂ ਸਾਡੇ ਰੂਟਸ ਅਲਫਾ ਪਲਸ ਮਾਈਨਸ i ਬੀਟਾ ਕਿਸਮ ਦੇ ਹਨ, ਤਾਂ ਇਹ ਅਲਫਾ ਇੱਥੇ ਐਕਸਪੋਨੈਂਸ਼ੀਅਲ ਹਿੱਸੇ ਤੇ ਜਾਵੇਗਾ ਅਤੇ ਇਹ ਬੀਟਾ ਕੋਸ ਅਤੇ ਸਾਈਨ ਟਰਮ ਦੇ ਨਾਲ ਹੋਵੇਗਾ। ਅੱਗੇ ਅਸੀਂ ਹੁਣ ਇਸ ਦੇ ਜਨਰਲਾਈਜ਼ੇਸ਼ਨ ਨੂੰ ਕੰਸੀਡਰ ਕਰਾਂਗੇ ਕਿ ਜਦੋਂ ਸਾਡੇ ਕੋਲ ਅਲਫਾ ਪਲਸ i ਬੀਟਾ ਅਲਫਾ ਮਾਈਨਸ i ਬੀਟਾ ਕੰਜੂਗੇਟ ਇਮੇਜਿਨਰੀ ਰੂਟਸ ਹਨ ਅਤੇ ਉਹ r ਟਾਈਮਸ ਰਿਪੀਟਡ ਹਨ, ਤਾਂ ਇਸ ਸਥਿਤੀ ਵਿੱਚ ਸੋਲਿਊਸ਼ਨ ਕੀ ਹੋਵੇਗਾ। ਇਸ ਲਈ ਇਹ ਕੰਜੂਗੇਟ ਹੁਣ r ਟਾਈਮਸ ਰਿਪੀਟਡ ਹਨ। ਇਸ ਲਈ ਦੁਬਾਰਾ ਉਹੀ ਆਈਡੀਆ ਜਿਵੇਂ ਕਿ ਅਸੀਂ ਰੂਟਸ ਲਈ ਅੱਗੇ ਚਰਚਾ ਕੀਤੀ ਸੀ, ਜੋ ਹੁਣ ਲਾਗੂ ਹੋਵੇਗਾ। ਇਸ ਲਈ e ਪਾਵਰ ਅਲਫਾ x ਜੋ ਕਿ ਇੱਥੇ ਕਾਮਨ ਟਰਮਜ਼ ਹੋਵੇਗੀ ਅਤੇ ਉਸ ਕਨਸਟੈਂਟ ਟਰਮ ਦੇ ਨਾਲ ਹੁਣ ਪੋਲੀਨੋਮੀਅਲ ਵਿੱਚ ਆ ਜਾਵੇਗਾ, ਤਾਂ ਪਾਈ 1 ਪਲਸ p2x ਪਲਸ prx r-1 ਕੋਸ ਬੀਟਾ x ਦੇ ਨਾਲ ਅਤੇ ਇਹ q1 ਪਲਸ q2x ਪਲਸ qrx ਪਾਵਰ r-1 ਸਾਈਨ ਬੀਟਾ x ਦੇ ਨਾਲ ਅਤੇ ਇਹ ਸਾਰੇ p ਅਤੇ q ਆਰਬਿਟਰੇਰੀ ਕਨਸਟੈਂਟ ਹਨ। ਇਸ ਲਈ ਦੁਬਾਰਾ ਇਸ ਰਿਪੀਟਡ ਰੂਟਸ ਜਾਂ ਇਮੇਜਿਨਰੀ ਰੂਟਸ ਦਾ ਆਈਡੀਆ ਉਹ ਉਹੀ ਫੋਲੋ ਕਰਦੇ ਹਨ ਜੋ ਅਸੀਂ ਰੀਅਲ ਨੰਬਰ ਦੇ ਕੇਸ ਵਿੱਚ ਡਿਸਟਿੰਕਟ ਰੂਟਸ ਅਤੇ ਰਿਪੀਟਡ ਰੂਟਸ ਲਈ ਲਿਆ ਹੈ। ਇਹ ਕੰਪਲੀਮੈਂਟਰੀ ਫੰਕਸ਼ਨ ਸੰਖੇਪ ਹੁਣ ਹਰ ਚੀਜ਼ ਨੂੰ ਸੰਖੇਪ ਕਰਨ ਲਈ ਹੈ, ਤਾਂ ਸਾਡੇ ਕੋਲ ਇਕੁਏਸ਼ਨ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ f dy 0 ਦੇ ਇਕੁਅਲ ਹੈ। ਸਾਨੂੰ ਪਹਿਲਾਂ ਔਗਜ਼ਿਲਰੀ ਇਕੁਏਸ਼ਨ ਲਿਖਣ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਇਹ f m0 ਦੇ ਇਕੁਅਲ ਹੈ। ਅਸੀਂ ਇਸ d ਨੂੰ m ਨਾਲ ਬਦਲਾਂਗੇ
ਸਾਡੇ ਕੋਲ ਔਗਜ਼ਿਲਰੀ ਇਕੁਏਸ਼ਨ ਹੋਵੇਗੀ ਅਤੇ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ ਅਲਫਾ 1 ਅਲਫਾ 2 ਅਤੇ ਅਲਫਾ n ਕੇਸ 1 ਦੁਆਰਾ ਦਿੱਤਾ ਜਾਵੇਗਾ। ਜਦੋਂ ਰੂਟਸ ਰੀਅਲ ਅਤੇ ਨਾਨ ਰਿਪੀਟਡ ਹੋਣ ਤਾਂ ਇਹ ਕੇਸ 1 ਹੈ। ਸਾਡੇ ਕੋਲ y ਇਕੁਅਲ ਹੈ c1 e ਪਾਵਰ ਅਲਫਾ 1 x ਪਲਸ c2 e ਪਾਵਰ ਅਲਫਾ 2 x ਅਤੇ ਇਸ ਤਰ੍ਹਾਂ cn e ਪਾਵਰ ਅਲਫਾ n x। ਇਹ ਉਦੋਂ ਹੁੰਦਾ ਹੈ ਜਦੋਂ ਰੂਟਸ ਰੀਅਲ ਹੁੰਦੀਆਂ ਹਨ ਅਤੇ ਉਹ ਨਾਨ ਰਿਪੀਟਡ ਹਨ ਕਿਉਂਕਿ ਇੱਥੇ ਹਰੇਕ ਟਰਮ e ਪਾਵਰ ਅਲਫਾ 1 x e ਪਾਵਰ ਅਲਫਾ 2 x e ਪਾਵਰ ਅਲਫਾ n x ਇਹ ਦਿੱਤੀ ਗਈ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹਨ ਅਤੇ ਇਹਨਾਂ ਦਾ ਲੀਨੀਅਰ ਕੰਬੀਨੇਸ਼ਨ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਦੇਵੇਗਾ। ਦੂਜਾ ਅਸੀਂ ਰੂਟਸ ਨੂੰ ਰੀਅਲ ਅਤੇ ਨਾਨ ਰਿਪੀਟਡ ਕੰਸੀਡਰ ਕੀਤਾ ਹੈ। ਮੰਨ ਲਓ ਕਿ ਇਹ ਅਲਫਾ 1 ਅਲਫਾ 2 ਦੇ ਇਕੁਅਲ ਹੈ ਇਜ਼ ਇਕੁਅਲ ਟੂ ਅਲਫਾ, ਇਸ ਲਈ ਇੱਥੇ ਇਹ ਰਿਪੀਟਡ ਰੂਟ ਹੈ ਕਿ ਪਹਿਲੇ ਦੋ ਰੂਟਸ ਰਿਪੀਟਡ ਹਨ ਅਤੇ ਅਲਫਾ 3 ਅਲਫਾ 4 ਅਲਫਾ n ਨਾਨ ਰਿਪੀਟਡ ਹਨ। ਤਾਂ ਇਸ ਕੇਸ ਵਿੱਚ ਸੋਲਿਊਸ਼ਨ ਕੀ ਹੋਵੇਗਾ? ਹੁਣ ਜਨਰਲ ਸੋਲਿਊਸ਼ਨ ਇਹ ਫੋਰਮ ਲਵੇਗਾ ਰਿਪੀਟਡ ਰੂਟ ਦੇ ਲਈ। ਸਾਡੇ ਕੋਲ ਇਹ ਇੱਕ ਲੀਨੀਅਰ ਪੋਲੀਨੋਮੀਅਲ ਹੋਵੇਗਾ, ਇਸ ਲਈ ਜਦੋਂ ਰੂਟ 2 ਟਾਈਮਸ ਰਿਪੀਟਡ ਹੈ ਤਾਂ ਅਸੀਂ ਇੱਥੇ ਇਹ ਲੀਨੀਅਰ ਟਰਮ ਨੂੰ ਕੋਨਸਟੈਂਟ ਦੇ ਨਾਲ ਪ੍ਰਾਪਤ ਕਰਾਂਗੇ, ਇਸ ਲਈ c1 ਪਲਸ c2 x ਅਤੇ e ਪਾਵਰ a ਅਲਫਾ x ਅਤੇ ਬਾਕੀ ਸਾਰੇ ਇੱਥੇ ਨਾਨ ਰਿਪੀਟਡ ਹਨ, ਇਸ ਲਈ c3 e ਪਾਵਰ ਅਲਫਾ 3 ਅਤੇ cn e ਪਾਵਰ ਅਲਫਾ n x ਹੈ। ਇਸ ਲਈ ਇਹ ਦਿੱਤੀ ਗਈ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੋਵੇਗਾ। ਕੇਸ 3 ਜਦੋਂ ਰੂਟਸ ਕੰਪਲੈਕਸ ਅਤੇ ਨਾਨ ਰਿਪੀਟਡ ਹਨ ਜਿਵੇਂ ਕਿ ਇਹ ਅਲਫਾ ਪਲਸ ਮਾਈਨਸ i ਬੀਟਾ ਅਤੇ ਬਾਕੀ ਸਾਰੇ ਰੀਅਲ ਰੂਟਸ ਹਨ, ਉਦਾਹਰਨ ਲਈ ਅਲਫਾ 3 ਅਲਫਾ 4 ਅਤੇ ਅਲਫਾ n। ਇਸ ਲਈ ਇਹ ਪਹਿਲੇ ਦੋ ਰੂਟਸ ਕੰਪਲੈਕਸ ਰੂਟਸ ਹਨ ਅਲਫਾ ਪਲਸ i ਬੀਟਾ ਅਤੇ ਅਲਫਾ ਮਾਈਨਸ i ਬੀਟਾ। ਇਸ ਲਈ ਇਸ ਕੇਸ ਵਿੱਚ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਕੰਪਲੀਮੈਂਟਰੀ ਫੰਕਸ਼ਨ ਦਾ ਸੋਲਿਊਸ਼ਨ ਕੀ ਹੋਵੇਗਾ? ਇਸ ਲਈ ਇੱਥੇ y e ਪਾਵਰ a ਅਲਫਾ x ਹੋਵੇਗਾ ਅਤੇ c1 cos ਬੀਟਾ x ਪਲਸ c2 sin ਬੀਟਾ x ਅਤੇ ਫਿਰ ਇਹ ਰੀਅਲ ਨਾਨ ਰਿਪੀਟਡ ਰੂਟਸ ਹਨ, ਇਸ ਲਈ ਅਸੀਂ ਇਹ ਟਰਮਜ਼ c3 ਪਾਵਰ ਅਲਫਾ 3 x ਪਲਸ c4 ਅਲਫਾ e ਪਾਵਰ ਅਲਫਾ 4 x ਪ੍ਰਾਪਤ ਕਰਾਂਗੇ ਅਤੇ ਇਹ ਹੋਵੇਗਾ cn e ਪਾਵਰ ਅਲਫਾ n x ਤੇ ਖਤਮ ਹੋਵੇਗਾ। ਕੇਸ 4 ਜਦੋਂ ਰੂਟਸ ਕੰਪਲੈਕਸ ਹਨ ਅਤੇ ਉਹ ਰਿਪੀਟਡ ਹਨ ਤਾਂ ਉਸ ਕੇਸ ਵਿੱਚ ਮੰਨ ਲਓ ਕਿ ਰੂਟਸ ਅਲਫਾ ਪਲਸ ਮਾਈਨਸ i ਬੀਟਾ ਹਨ ਅਤੇ ਇਸ ਨੂੰ ਦੁਬਾਰਾ ਅਲਫਾ ਪਲਸ ਮਾਈਨਸ i ਬੀਟਾ ਵਜੋਂ ਰਿਪੀਟ ਕੀਤਾ ਜਾਂਦਾ ਹੈ। ਇਸ ਲਈ ਇਹ ਇੱਥੇ 4 ਰੂਟਸ ਹਨ ਅਤੇ ਫਿਰ ਰੂਟ ਨੰਬਰ 5ਵਾਂ ਅਲਫਾ 5 ਅਲਫਾ 6 ਅਤੇ ਇਸ ਤਰ੍ਹਾਂ ਅਲਫਾ n ਅਤੇ ਰੀਅਲ ਨਾਨ ਰਿਪੀਟਡ ਰੂਟਸ ਹਨ। ਇਸ ਲਈ ਇਸ ਕੇਸ ਲਈ ਸਾਨੂੰ ਇੱਥੇ ਐਕਸਪ੍ਰੈਸ਼ਨ ਨੂੰ c1 ਅਤੇ c2 ਦੇ ਨਾਲ ਲੀਨੀਅਰ ਟਰਮਜ਼ ਵਿੱਚ ਲਿਖਣਾ ਹੈ। ਇਸ ਲਈ e ਪਾਵਰ ਅਲਫਾ x ਇਸ ਤਰ੍ਹਾਂ ਹੀ ਰਹੇਗਾ ਅਤੇ c1 ਦੀ ਬਜਾਏ ਇਹ ਹੁਣ c1 ਪਲਸ c2 x ਲਵੇਗਾ ਅਤੇ ਇੱਥੇ ਇਹ ਇੱਕ ਹੋਰ ਕੋਨਸਟੈਂਟ c3 ਪਲਸ c4 x ਹੋਵੇਗਾ। ਇਸ ਲਈ 4 ਕੋਨਸਟੈਂਟ ਇੱਥੇ ਇਹਨਾਂ ਰਿਪੀਟਡ ਕੰਪਲੈਕਸ ਰੂਟਸ ਦੇ ਅਨੁਸਾਰ ਹੀ ਦਰਸਾਏ ਜਾਣਗੇ ਅਤੇ ਫਿਰ ਸਾਡੇ ਕੋਲ ਨਾਨ ਰਿਪੀਟਡ ਡਿਸਟਿੰਕਟ ਰੀਅਲ ਰੂਟਸ ਦੇ ਅਨੁਸਾਰ ਹੀ ਹਨ। ਸਾਡੇ ਕੋਲ ਇਹ ਟਰਮਜ਼ ਇੱਥੇ c5 e ਪਾਵਰ ਅਲਫਾ x ਪਲਸ n ਦੇ ਨਾਲ ਹਨ, ਇਸ ਲਈ cn e ਪਾਵਰ ਅਲਫਾ n x। ਤਾਂ ਇਹ ਪੂਰਾ ਸੰਖੇਪ ਹੈ। ਇਸ ਲਈ ਸਾਡੇ ਕੋਲ ਰੀਅਲ ਨਾਨ ਰਿਪੀਟਡ ਰੂਟ ਹਨ ਜੋ ਕਿ ਇੱਥੇ ਇਸ ਕੇਸ ਵਿੱਚ ਰੀਅਲ ਰੂਟਸ ਹਨ ਪਰ ਰਿਪੀਟਡ ਹਨ। ਫਿਰ ਸਾਡੇ ਕੋਲ ਕੌਨਸਟੈਂਟਸ ਦੇ ਨਾਲ ਇਹ ਪੋਲੀਨੋਮੀਅਲ ਟਰਮ ਹੋਵੇਗੀ ਅਤੇ ਜਦੋਂ ਸਾਡੇ ਕੋਲ ਕੰਪਲੈਕਸ ਰੂਟਸ ਹੁੰਦੇ ਹਨ ਤਾਂ ਸਾਡੇ ਕੋਲ c1 cos ਬੀਟਾ ਪਲਸ c2 sin bx ਟਰਮਜ਼ ਹੋਣਗੇ ਅਤੇ ਜਦੋਂ ਸਾਡੇ ਕੋਲ ਦੁਬਾਰਾ ਕੰਪਲੈਕਸ ਅਤੇ ਰਿਪੀਟਡ ਰੂਟਸ ਹੋਣਗੇ ਸਾਡੇ ਕੋਲ ਇਹ ਹੀ ਪਾਵਰ ਅਲਫਾ x ਹੈ ਅਤੇ ਫਿਰ ਇਹ c1 ਅਤੇ c2 x ਉੱਥੇ c3 ਪਲਸ c4 x ਟਰਮਜ਼ ਹੋਣਗੇ ਜਿਵੇਂ ਕਿ ਸਾਡੇ ਕੋਲ ਰੀਅਲ ਦੇ ਲਈ ਰਿਪੀਟਡ ਰੂਟਸ ਦੇ ਮਾਮਲੇ ਵਿੱਚ ਹੈ। ਠੀਕ ਹੈ, ਤਾਂ ਆਓ ਜਲਦੀ ਨਾਲ ਦੋ ਉਦਾਹਰਣ ਦੇਖਦੇ ਹਾਂ। ਇਸ ਲਈ ਪਹਿਲੀ ਉਦਾਹਰਣ ਇੱਥੇ ਇਹ ਹੈ ਕਿ ਅਸੀਂ ਇਸ ਸੈਕਿੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਪਤਾ ਲਗਾਉਣਾ ਚਾਹੁੰਦੇ ਹਾਂ। ਸੈਕਿੰਡ ਆਰਡਰ ਟਰਮ y-5 ਟਾਈਮਸ ਫਸਟ ਆਰਡਰ ਟਰਮਜ਼ ਆਫ y plus 6y0 = 0 ਹੈ। ਇਸ ਲਈ ਇਹ ਹੋਮੋਜੀਨੀਅਸ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਜਾਂ ਆਰਡਰ 2 ਦੀ ਇਕੁਏਸ਼ਨ ਹੈ। ਤਾਂ ਪਹਿਲੇ ਸਟੈਪ ਵਜੋਂ ਸਾਨੂੰ ਇਸ ਇਕੁਏਸ਼ਨ ਨੂੰ ਆਪਰੇਟਰ ਫਾਰਮ ਵਿੱਚ ਲਿਖਣ ਦੀ ਜ਼ਰੂਰਤ ਹੈ। ਇਸ ਲਈ ਸਾਡੇ ਕੋਲ ਇੱਥੇ ਇਹ d²
ਮਾਈਨਸ ਇਹ 5 ਟਾਈਮਸ d ਅਤੇ ਪਲੱਸ y ਉੱਤੇ ਇਹ 6 ਆਪਰੇਟਰ ਜੋ 0 ਦੇ ਇਕੁਅਲ ਹੈ। ਇਸ ਲਈ ਇੱਕ ਵਾਰ ਜਦੋਂ ਸਾਡੇ ਕੋਲ ਇਕੁਏਸ਼ਨ ਦੀ ਆਪਰੇਟਡ ਫੋਰਮ ਹੁੰਦੀ ਹੈ ਤਾਂ ਅਸੀਂ ਆਸਾਨੀ ਨਾਲ ਕੈਰੇਕਟਰਿਸਟਿਕ ਇਕੁਏਸ਼ਨ ਲਿਖ ਸਕਦੇ ਹਾਂ। ਇਸ ਲਈ ਸਾਰੀਆਂ ਔਗਜ਼ਿਲਰੀ ਇਕੁਏਸ਼ਨ ਤਾਂ ਇਸ ਅਨੁਸਾਰੀ ਔਗਜ਼ਿਲਰੀ ਇਕੁਏਸ਼ਨ ਸਿਰਫ ਅਸੀਂ ਇਸ d ਨੂੰ m ਨਾਲ ਬਦਲ ਸਕਦੇ ਹਾਂ। ਇਸ ਲਈ ਸਾਡੇ ਕੋਲ ਇੱਥੇ m ਸਕੁਏਅਰ ਹੈ, ਸਾਡੇ ਕੋਲ -5m ਹੈ ਅਤੇ ਫਿਰ ਸਾਡੇ ਕੋਲ ਇੱਥੇ +6 ਹੈ। ਅਤੇ ਅਸੀਂ ਇਸ ਇਕੁਏਸ਼ਨ ਦਾ ਸੋਲਿਊਸ਼ਨ ਕਰਨਾ ਚਾਹੁੰਦੇ ਹਾਂ ਜੋ ਕਿ ਇਸ ਕੇਸ ਵਿੱਚ ਆਸਾਨ ਹੈ। ਇਹ ਸਾਡੇ ਕੋਲ ਇੱਥੇ m ਸਕੁਏਅਰ -5m + 6 ਹੈ ਤਾਂ ਇਸ ਦਾ ਮਤਲਬ ਹੈ ਕਿ ਇਹ m ਸਕੁਏਅਰ ਅਤੇ -3m -2m + 6 ਹੈ। ਇਸ ਲਈ ਇਸ -5m ਨੂੰ ਅਸੀਂ -3m ਅਤੇ -2m ਦੇ ਤੌਰ ਤੇ ਲਿਖਿਆ ਹੈ। ਇੱਥੇ ਹੁਣ m into m -3 n-2 ਇਹ m -3 ਦੇਵੇਗਾ ਤਾਂ ਅਸੀਂ ਇਹ ਫੈਕਟਰ ਪ੍ਰਾਪਤ ਕਰਾਂਗੇ ਕਿਉਂਕਿ m-2 ਅਤੇ m-3 0 ਦੇ ਇਕੁਅਲ ਹੈ। ਇਸ ਲਈ ਇੱਥੇ ਸੋਲਿਊਸ਼ਨ m2 ਦੇ ਇਕੁਅਲ ਹੈ ਅਤੇ m3 ਦੇ ਇਕੁਅਲ ਹੈ। ਇਸ ਔਗਜ਼ਿਲਰੀ ਇਕੁਏਸ਼ਨ ਦਾ ਸੋਲਿਊਸ਼ਨ ਰੂਟਸ 2 ਅਤੇ 3 ਹਨ। ਇਸ ਲਈ ਸਾਡੇ ਕੋਲ ਡਿਸਟਿੰਕਟ ਰੂਟਸ ਹਨ ਅਤੇ ਡਿਸਟਿੰਕਟ ਰੂਟਸ ਦੇ ਕੇਸ ਵਿੱਚ ਜਨਰਲ ਸੋਲਿਊਸ਼ਨ ਹੈ c1e ਪਾਵਰ c2 x ਅਤੇ c2e ਪਾਵਰ 3x। ਇਹ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੋਵੇਗਾ। ਕੋਈ ਵੀ ਇਸ ਨੂੰ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਕੇ ਵੀ ਵੈਰੀਫਾਈ ਕਰ ਸਕਦਾ ਹੈ ਕਿ ਕੀ ਇਹ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਇਹ ਉਦਾਹਰਨ 2 ਅਸੀਂ ਇਸ 4th ਆਰਡਰ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਲਵਾਂਗੇ ਤਾਂ ਦੁਬਾਰਾ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਅਨੁਸਾਰੀ ਅਸੀਂ ਇਸ ਨੂੰ ਆਪਰੇਟਰ ਫੋਰਮ ਵਿੱਚ ਲਿਖ ਸਕਦੇ ਹਾਂ। ਇਹ d4 -2d3 + 5d ਸਕੁਏਅਰ -8d + 4 ਆਪਰੇਟਰ ਔਨ y = 0 ਅਤੇ ਫਿਰ ਇਸ ਔਗਜ਼ਿਲਰੀ ਇਕੁਏਸ਼ਨ ਵਿੱਚ d ਨੂੰ m ਨਾਲ ਦੁਬਾਰਾ ਬਦਲ ਸਕਦੇ ਹਾਂ। ਇਹ 4th ਆਰਡਰ ਔਗਜ਼ਿਲਰੀ ਇਕੁਏਸ਼ਨ ਹੈ। ਇਸ ਦਾ ਸੋਲਿਊਸ਼ਨ ਕਰਨਾ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਦਾ ਸੋਲਿਊਸ਼ਨ ਕਰਦੇ ਹਾਂ ਤਾਂ ਰੂਟਸ 1 ਦੇ ਰੂਪ ਵਿੱਚ ਆ ਰਹੇ ਹਨ ਅਤੇ ਇੱਕ ਜੋ ਇੱਥੇ ਰਿਪੀਟਡ ਰੂਟ ਹੈ ਅਤੇ ਫਿਰ ਸਾਨੂੰ 2i ਅਤੇ -2i ਕੰਪਲੈਕਸ ਕੰਜੂਗੇਟ ਵੀ ਮਿਲ ਰਿਹਾ ਹੈ। ਸਾਨੂੰ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਕੰਪਲੀਮੈਂਟਰੀ ਫੰਕਸ਼ਨ ਜਾਂ ਜਨਰਲ ਸੋਲਿਊਸ਼ਨ ਲਿਖਣ ਦੀ ਲੋੜ ਹੈ। ਇਸ ਲਈ ਪਹਿਲਾਂ ਇਹ ਰਿਪੀਟਡ ਰੂਟ ਕੇਸ ਹੈ। ਇਸ ਲਈ ਯਾਦ ਰੱਖੋ ਕਿ ਜਦੋਂ ਸਾਡੇ ਕੋਲ ਰੀਅਲ ਰਿਪੀਟਡ ਰੂਟਸ ਹਨ ਤਾਂ ਸਾਨੂੰ c1 + c2x ਅਤੇ ਇਸ ਇੱਕ ਦਾ ਐਕਸਪੋਨੈਂਸ਼ੀਅਲ ਪ੍ਰਾਪਤ ਕਰਾਂਗੇ ਅਤੇ ਇੱਥੇ ਕੰਪਲੈਕਸ ਕੰਜੂਗੇਟ ਲਈ ਅਸੀਂ ਕੋਸ ਅਤੇ ਸਾਈਨ ਦੀ ਟਰਮਜ਼ ਵਿੱਚ ਪ੍ਰਾਪਤ ਕਰਾਂਗੇ। ਇਸ ਲਈ ਜਨਰਲ ਸੋਲਿਊਸ਼ਨ c1 + c2x ਹੋਵੇਗਾ ਅਤੇ ਇਹ ਐਕਸਪੋਨੈਂਸ਼ੀਅਲ x ਇਸ ਰਿਪੀਟਡ ਰੂਟ ਕਾਰਨ ਇੱਥੇ ਇਸ ਰਿਪੀਟਡ ਰੂਟ ਦੇ ਕਾਰਨ ਸਾਨੂੰ ਇਹ ਦੋ ਟਰਮਜ਼ ਮਿਲ ਰਹੇ ਹਨ ਅਤੇ ਫਿਰ ± ਇਹ 2i0 ± 2i ਜੋ ਕਿ ਇੱਕ ਹੋਰ ਰੂਟ ਹੈ ਜਿੱਥੇ ਅਸੀਂ e ਪਾਵਰ 0x ਨੂੰ ਅਲਫਾ ਟਾਈਮਸ ਇਸ x ਦੁਆਰਾ ਪ੍ਰਾਪਤ ਕਰ ਰਹੇ ਹਾਂ ਅਤੇ ਫਿਰ ਅਸੀਂ c1 ਮੇਰਾ ਮਤਲਬ ਕੌਨਸਟੈਂਟ ਪ੍ਰਾਪਤ ਕਰਾਂਗੇ ਜੋ ਕਿ ਇੱਥੇ c3 ਹੈ ਕਿਉਂਕਿ c1 c2 ਪਹਿਲਾਂ ਹੀ ਇੱਥੇ ਦਿਖਾਈ ਦੇ ਰਹੇ ਹਨ। ਇਸ ਲਈ c3 ਅਤੇ ਫਿਰ ਸਾਨੂੰ ਇਹ cos 2x + a ce4 ਮਿਲੇਗਾ ਅਤੇ ਸਾਨੂੰ sin 2x ਮਿਲੇਗਾ। ਇਸ ਲਈ ਇੱਥੇ e ਪਾਵਰ 0x 1 ਹੈ। ਇਸ ਲਈ ਸਾਨੂੰ ਇਹ ਟਰਮ ਹੀ ਮਿਲ ਰਹੀ ਹੈ ਜੋ ਹੈ c3 cos 2x ਅਤੇ c4 sin 2x। ਇਸ ਲਈ ਸਾਡੇ ਕੋਲ ਹੁਣ ਇਸ ਕੇਸ ਵਿੱਚ ਸੋਲਿਊਸ਼ਨ ਹੈ ਜਦੋਂ ਇਕੁਏਸ਼ਨ 4th ਆਰਡਰ ਇਕੁਏਸ਼ਨ C ਅਤੇ ਸਾਡੇ ਕੋਲ ਜਨਰਲ ਸੋਲਿਊਸ਼ਨ ਵਿੱਚ ਇਹ ਚਾਰ ਕਨਸਟੈਂਟਸ ਹੋਣਗੇ। ਕਨਕਲੂਜਨ ਤੇ ਆਉਂਦੇ ਹੋਏ ਅਸੀਂ ਇਸ ਟਾਈਪ ਦੇ ਹੋਮੋਜੀਨੀਅਸ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਬਾਰੇ ਚਰਚਾ ਕੀਤੀ ਹੈ। f dy 0 ਦੇ ਇਕੁਅਲ ਹੈ। ਇਹ ਸਿਰਫ ਆਪਰੇਟਰ ਲਈ ਹੈ। ਡਿਫਰੈਂਸ਼ੀਅਲ ਆਪਰੇਟਰ ਨੂੰ ਅਸੀਂ ਇਸ f d ਦੁਆਰਾ ਡੀਨੋਟ ਕੀਤਾ ਹੈ ਅਤੇ ਕੰਪਲੀਮੈਂਟਰੀ ਫੰਕਸ਼ਨ ਜਿਸ ਨੂੰ ਅਸੀਂ ਸੋਲਿਊਸ਼ਨ ਕਹਿੰਦੇ ਹਾਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਨੂੰ ਅਸੀਂ ਕੰਪਲੀਮੈਂਟਰੀ ਫੰਕਸ਼ਨ ਕਹਿੰਦੇ ਹਾਂ। ਮਹੱਤਵਪੂਰਨ ਭਾਗ ਇਹ ਸੀ ਕਿ ਪਹਿਲਾਂ ਅਸੀਂ ਔਗਜ਼ਿਲਰੀ ਇਕੁਏਸ਼ਨ ਨੂੰ ਲਿਖਦੇ ਹਾਂ, ਇਸ ਦੇ ਰੂਟਸ ਪਤਾ ਕਰਦੇ ਹਾਂ ਅਤੇ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ ਦਾ ਨੇਚਰ ਇਹ ਰੀਅਲ ਡਿਸਟਿੰਕਟ ਰੀਅਲ ਰਿਪੀਟਡ ਕੰਪਲੈਕਸ ਜਾਂ ਕੰਪਲੈਕਸ ਰਿਪੀਟਡ ਰੂਟ ਹੋ ਸਕਦਾ ਹੈ। ਇੱਥੇ ਹਰ ਇੱਕ ਕੇਸ ਵਿੱਚ ਸੋਲਿਊਸ਼ਨ ਲਿਖਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਹੁਣ ਜਾਣਦੇ ਹਾਂ ਕਿ ਦਿੱਤੀ ਗਈ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਨੂੰ ਕਿਵੇਂ ਲਿਖਣਾ ਹੈ। ਅਗਲੇ ਲੈਕਚਰ ਵਿੱਚ ਅਸੀਂ ਹੁਣ ਪੜ੍ਹਾਂਗੇ ਕਿ ਦਿੱਤੀ ਗਈ ਨਾਨ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੱਕ ਪਾਰਟਿਕਿਊਲਰ ਸੋਲਿਊਸ਼ਨ ਕਿਵੇਂ ਲੱਭਣਾ ਹੈ।
ਜਦੋਂ ਅਸੀਂ ਉਹਨਾਂ ਦੋ ਦਾ ਜੋੜ ਕਰਦੇ ਹਾਂ ਤਾਂ ਸਾਨੂੰ ਮੂਲ ਰੂਪ ਵਿੱਚ ਦਿੱਤੀ ਗਈ ਨਾਨ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਮਿਲੇਗਾ। ਇਸ ਲਈ ਇੱਥੇ ਲੈਕਚਰ ਤਿਆਰ ਕਰਨ ਲਈ ਵਰਤੇ ਗਏ ਰੈਫਰੈਂਸ ਦਿੱਤੇ ਗਏ ਹਨ। ਲੈਕਚਰ ਸੁਣਨ ਲਈ ਧੰਨਵਾਦ।